ਅਸੀਂ ਸੰਤ ਬੇਣੀ ਦੀਆਂ ਯਾਦਾਂ ਦੀ ਪੜਚੋਲ ਕਰਨ ਲਈ ਇੰਡੀਆ ਦੇ ਉੱਤਰ ਪ੍ਰਦੇਸ਼ ਸੂਬੇ ਦੇ ਸ਼ਹਿਰ ਵਾਰਾਣਸੀ ਗਏ। ਭਗਤ ਬੇਣੀ ਦੇ ਜਨਮ ਦੇ ਸਮੇਂ ਅਤੇ ਸਥਾਨ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ। ਉਹਨਾਂ ਦੀ ਬਾਣੀ ਤੋਂ ਉਹਨਾਂ ਦੇ ਸੁਭਾਅ ਦਾ ਅੰਦਾਜ਼ਾ ਹੁੰਦਾ ਹੈ। ਉਹ ਧੀਰਜ ਮਤੇ ਵਾਲੇ ਫਾਜ਼ਿਲ ਸਨ ਜੋ ਰੂਹਾਨੀ ਸੂਝ ਦੇ ਆਰਜ਼ੂਮੰਦ ਸਨ। ਵਨ ਸਮੰਨੇ ਦਸਤੂਰ ਦਾ ਤਜਰਬਾ ਅਤੇ ਗਿਆਨ ਹਾਸਿਲ ਕਰਨ ਲਈ ਉਹਨਾਂ ਨੇ ਕਈ ਤਰ੍ਹਾਂ ਦੀ ਮਨੌਤ ਉੱਤੇ ਅਮਲ ਕੀਤਾ। ਇਨ੍ਹਾਂ ਮਨੌਤਾਂ ਦੀ ਪੜਚੋਲ ਤੋਂ ਬਾਅਦ ਉਹਨਾਂ ਨੇ ਉਸੇ ਸੂਝ ਦਾ ਪੱਲਾ ਫੜਿਆ ਜੋ ਉਹਨਾਂ ਨੂੰ ਇਨਸਾਨੀਅਤ ਅਤੇ ਵਹਿਦਤ ਦੇ ਨੇੜੇ ਲੈ ਗਈ। ਉਹਨਾਂ ਨੇ ਵਿਤਕਰੇ ਦੀ ਮੁੰਡ ਬੰਨਣ ਵਾਲੇ ਕਰਮਕਾਂਡੀ ਅਮਲਾਂ ਦੀ ਨਿਖੇਧੀ ਕੀਤੀ ਅਤੇ ਉਹਨਾਂ ਖਿਲਾਫ ਬਗਾਵਤ ਕੀਤੀ। ਉਹਨਾਂ ਦਾ ਦਾਅਵਾ ਸੀ ਕਿ ਮਜ਼ਹਬੀ ਦਸਤੂਰ ਹੀ ਪਾਖੰਡ ਦਾ ਕਾਰਨ ਹਨ। ਹੱਟ ਧਰਮੀ ਮਨੌਤਾਂ ਅਤੇ ਨਾਜਾਇਜ਼ ਫੈਸਲਿਆਂ ਨਾਲ ਆਉਣ ਵਾਲਾ ਰੂਹਾਨੀ ਨਿਘਾਰ ਮਨੁੱਖ ਦੇ ਆਪੇ ਅਤੇ ਦੂਜਿਆਂ ਲਈ ਨੁਕਸਾਨਦੇਹੀ ਹੈ। ਹਾਲਾਂਕਿ ਭਗਤ ਬੇਣੀ ਦੀ ਜ਼ਿੰਦਗੀ ਦੇ ਵਾਕਿਆਤ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਉਹਨਾਂ ਦੇ ਰੌਸ਼ਨ ਖਿਆਲ ਬੋਲ ਪੀੜ੍ਹੀ ਦਰ ਪੀੜ੍ਹੀ ਭਰੀ ਪਕੂਨੀ ਜੀਵਨ ਜਾਂਚ ਸਿਖਾਉਣ ਦਾ ਕਾਰਜ ਕਰਦੇ ਆ ਰਹੇ ਹਨ। ਭਗਤ ਬੇਣੀ ਧੀਰਜ ਮੱਤੇ ਵਾਲੇ ਫਾਜ਼ਿਲ ਸਨ, ਪਰ ਕਰਮਕਾਂਡ ਨੂੰ ਰਸਮਬੱਧ ਕਰਨ ਦੀ ਸਖਤ ਨਿਖੇਧੀ ਕਰਦੇ ਸਨ। ਸੰਤ ਬੇਣੀ ਦਾ ਜਨਮ ਗੁਰੂ ਨਾਨਕ ਦੇ ਫਾਨੀ ਸੰਸਾਰ ਤੋਂ ਕੂਚ ਕਰ ਜਾਣ ਤੋਂ ਬਹੁਤ ਬਾਅਦ ਵਿੱਚ ਹੋਇਆ। ਇਹਨਾਂ ਦੋਵਾਂ ਦੀਆਂ ਸੋਚਾਂ ਵਿੱਚ ਮੇਲ ਸੀ ਅਤੇ ਦੋਵਾਂ ਨੇ ਉੱਤਰੀ ਇੰਡੀਆ ਵਿੱਚ ਭਗਤੀ ਲਹਿਰ ਵਿੱਚ ਹਿੱਸਾ ਪਾਇਆ। ਸੰਸਕ੍ਰਿਤ ਦੇ ਸ਼ਬਦ ਸੰਗਮ ਦਾ ਮਾਇਨਾ ਜਥੇਬੰਦ ਹੋਣਾ ਜਾਂ ਇੱਕ ਹੋ ਜਾਣਾ ਹੈ। ਆਮ ਜ਼ੁਬਾਨ ਵਿੱਚ ਦਰਿਆਵਾਂ ਦੇ ਮੇਲ ਨੂੰ ਸੰਗਮ ਕਹਿੰਦੇ ਹਨ। ਹਿੰਦੂ ਦਸਤੂਰ ਮੁਤਾਬਕ ਪ੍ਰਯਾਗਰਾਜ ਸ਼ਹਿਰ ਵਿੱਚ ਤ੍ਰਿਵੇਣੀ ਸੰਗਮ ਉੱਤੇ ਇਸ਼ਨਾਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਇਹ ਗੰਗਾ, ਯਮੁਨਾ ਅਤੇ ਮਿਥਿਹਾਸਕ ਦਰਿਆ ਸਰਸਵਤੀ ਦਾ ਸੰਗਮ ਹੈ। ਹਿੰਦੂ ਫਲਸਫੇ ਵਿੱਚ ਇਹ ਮਨੁੱਖਾ ਦੇਹ ਅੰਦਰ ਊਰਜਾ ਦੇ 3 ਸਰੋਤਾਂ ਦਾ ਸੰਗਮ ਹੈ। ਈੜਾ ਦਾ ਮਾਇਨਾ ਪਾਲਣਹਾਰੀ ਜ਼ਨਾਨਾ ਊਰਜਾ ਹੈ, ਪਿੰਗਲਾ ਮਰਦਾਨਾ ਊਰਜਾ ਦੀ ਨੁਮਾਇੰਦਗੀ ਹੈ ਅਤੇ ਸੁਖਮਨਾ ਤਵਾਜ਼ੁਨ ਬਣਾਉਣ ਲਈ ਲੋੜੀਂਦੇ ਰੂਹਾਨੀ ਵਿਕਾਸ ਦੀ ਗੁੱਝੀ ਲਿਆਕਤ ਹੈ ਜੋ ਤੰਦਰੁਸਤੀ ਦਾ ਮਰਕਜ਼ੀ ਨੁਕਤਾ ਹੈ। ਲਿੰਗ ਵਖਰੇਵੇ ਦੇ ਬਾਵਜੂਦ ਸਭ ਪ੍ਰਾਣੀਆਂ ਦਾ ਜ਼ਨਾਨਾ ਅਤੇ ਮਰਦਾਨਾ ਪਾਸਾ ਹੈ ਅਤੇ ਵੱਖ-ਵੱਖ ਹਾਲਾਤ ਵਿੱਚ ਮਨ ਦੀ ਅਵਸਥਾ ਮੁਤਾਬਕ ਇਹਨਾਂ ਪੱਖਾਂ ਦਾ ਇਜ਼ਹਾਰ ਹੁੰਦਾ ਹੈ। ਈੜਾ ਪਾਲਣਹਾਰੀ ਜ਼ਨਾਨਾ ਊਰਜਾ ਅਤੇ ਪਿੰਗਲਾ ਮਰਦਾਨਾ ਊਰਜਾ ਰਾਹੀਂ ਹੋਂਦ ਦੇ 2 ਬੁਨਿਆਦੀ ਰੂਪ ਪੇਸ਼ ਹੁੰਦੇ ਹਨ। ਸੁਖਮਨਾ ਦਾ ਧਿਆਨ ਰੱਖਣ ਨਾਲ ਦੋਵਾਂ ਵਿੱਚ ਤਵਾਜ਼ਨ ਬਣਦਾ ਹੈ ਅਤੇ ਜ਼ਿੰਦਗੀ ਵਿੱਚ ਸਕੂਨ ਦੀ ਬਖਸ਼ਿਸ਼ ਹੁੰਦੀ ਹੈ। ਸਮਾਜ ਵਿੱਚ ਲਿੰਗ ਦਾ ਵਿਗੜਿਆ ਤਵਾਜ਼ਨ, ਕਰਮਕਾਂਡ ਅਤੇ ਵਿਹਾਰਿਕ ਸੋਚ ਵਿੱਚ ਪਾੜਾ ਦੇਖ ਕੇ ਭਗਤ ਬੇਣੀ ਆਪਣੀ ਬਾਣੀ ਵਿੱਚ ਕਹਿੰਦੇ ਹਨ ਕਿ ਦਰਿਆਵਾਂ ਦੇ ਸੰਗਮ ਉੱਤੇ ਕਰਮਕਾਂਡੀ ਇਸ਼ਨਾਨ ਰਾਹੀਂ ਖੁਦਾਈ ਨਾਲ ਸੰਗਮ ਨਹੀਂ ਬਣਨਾ। ਉਹਨਾਂ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ। ਉਹ ਆਖਦੇ ਹਨ ਕਿ ਸੰਗਮ ਸਾਫ਼ ਸੋਚ ਨਾਲ ਅਨੇਕਤਾ ਵਿੱਚ ਏਕਤਾ ਵਾਲੀ ਚੇਤਨਾ ਨਾਲ ਇੱਕ ਸੁਰ ਹੋ ਕੇ ਹੀ ਹਾਸਲ ਹੋਣਾ ਹੈ। ਉਹ ਕਹਿੰਦੇ ਹਨ ਕਿ ਸਭ ਇੱਕ ਹੈ। ਆਪਣੀ ਸੋਚ ਦਾ ਬਿਆਨੀਆ ਦਿੰਦੇ ਹੋਏ ਉਹ ਮਿਸਾਲ ਦਿੰਦੇ ਹਨ ਕਿ ਊਰਜਾ ਦੇ ਵੱਖ-ਵੱਖ ਸੋਮੇ ਇੱਕੋ ਦੇਹ ਵਿੱਚ ਕਾਰਜਸ਼ੀਲ ਹਨ ਤਾਂ ਜੋ ਦੇਹ ਦਾ ਕੰਮ ਸਹਿਲ ਹੋ ਸਕੇ। संतोह तहा निरंजन राम है, गुरगम चीन बिरला कोय, तहा निरंजन रमैया होय। संतोह तहा निरंजन राम है, ईड़ा पिंगुला और सुख मना, 3 बसे एक ठाई। बेनी संगम तह पिराग मन, मजन करे तिथाई। मन मजन करे तिथाई। संतोह तहा निरंजन
ਸਮਾਜ ਵਿੱਚ ਲਿੰਗ ਮੁਤਾਬਕ ਬਣੀ ਰਹਿਤ ਨੂੰ ਤੋੜ ਕੇ ਜਦੋਂ ਕੋਈ ਮਰਦ ਆਪਣੇ ਜ਼ਨਾਨਾ ਪੱਖਾਂ ਨੂੰ ਪਰਵਾਜ਼ ਦਿੰਦਾ ਹੈ ਅਤੇ ਕੋਈ ਔਰਤ ਆਪਣੇ ਮਰਦਾਨਾ ਖਾਸੇ ਦਾ ਪਨਾਹ ਪਸਾਰਦੀ ਹੈ ਤਾਂ ਇਸ ਨਾਲ ਉਹ ਆਪਣੀਆਂ ਮਾਨਵੀ ਸਮਰਥਾਵਾਂ ਦਾ ਇਜ਼ਹਾਰ ਕਰਨ ਦੀ ਤਾਕਤ ਹਾਸਲ ਕਰਦੇ ਹਨ। ਲਿੰਗ ਦੀ ਬੁਨਿਆਦ ਉਤੇ ਟਿਕੀ ਤੰਗ ਨਜ਼ਰੀ ਅਤੇ ਤਸ਼ੱਦਦ ਨੇ ਸਮਾਜਿਕ ਅਤੇ ਸੱਭਿਆਚਾਰਕ ਤਵਾਜ਼ਨ ਵਿਗਾੜਿਆ ਹੈ। ਗੁਰੂ ਨਾਨਕ ਫਰਮਾਉਂਦੇ ਹਨ ਕਿ ਸਿਰਜਣਾ ਦੇ ਨੇਮ ਮੁਤਾਬਕ ਸਭ ਇੱਕ ਹਨ, ਜੋ ਜ਼ਨਾਨਾ ਅਤੇ ਮਰਦਾਨਾ ਊਰਜਾ ਦਾ ਤਵਾਜ਼ਨ ਹੈ। ਆਪੇ ਪੁਰਖ ਆਪੇ ਹੀ ਨਾਰੀ ਆਪੇ ਪਾ